श्री नानक पद पंकज बंदन पद पंकज बंदना सिमरो अंगद दुख निकंदन। अमरदास गुर हृदय त्यावो हृदय त्यावो। श्री गुरु रामदास गुण गावो। श्री अर्जन विघ्नन के नाशक विघ्नन के नाशक। गुरु हर गोबिंद शुभ समत प्रकाशक। श्री हर राय नमो कर जोरी नमो कर जोरी। गुरु हर किशन मनाए बहोरी। तेग बहादुर परम कृपाला परम कृपाला। श्री गुरु गोविंद सिंह विसाला। तरों तरा पर पुन पुन सीसा पुन पुन सीसा। बंधो बार बार जगदीशा। जिसमें अमृत ज्ञान है मानक भगत बैराग। श्री गुरु ग्रंथ साहिब उदद बंदों करे अनुराग। एक ओंकारा सतगुरु ते प्रसाद सत होए। वाहेगुरु जी की फतेह विघ्न विनाशन सोए। वाहेगुरु जी की फतेह विघ्न विनाशन सोए। दोहरा कह बला लालू सुनो कालू को प्रात। जनन जनक नानक नहन तुम ते अवह गात। जुगो जुग अटल जबर शबर तख्त दे मालिक गुरता गदी ते विराजमान साहिब श्री गुरु ग्रंथ साहिब जी महाराज जी की पावन पवित्र हजूरी अंदर हाजरियां पर है अत जुग सत्संगी जनों। बड़े ही वड्डियां भागां वाले हो जो सतगुरु जी की रहमत के सदका रोजाना ही गुरु घर की हाजरियां भर के अपना जीवन सफला करते हो। मेरे तो पहला आप जिया ने गुरु प्यारे पासों सतगुरा जी की अमृतमयी बाणी का कीर्तन श्रवण किया। उपरंत रोजाना की तरह लड़ीवार कथा जो असी पिछले कुछ दिनों तो आरंभ की सी उस लड़ीवार कथा की विचार श्रवण करने के लिए एकत्रित होए हो। आओ विचारां की आरंभता करने तो पहला गुरु कलगीधर पिता जी वालों बख्शी हुई फतेह दे नाल सांझ पा लईए जी। दोवें हाथ जोड़ के प्यार और सत्कार नाल फतेह प्रवान करो। आखो जी वाहिगुरु जी का खालसा वाहिगुरु जी की फतेह। जेड़े भी संगत दे जी रोजाना ही हाजरियां भरते ने वो सब जानते ही ने कि पिछले दीवाना दे विच असी की विचारा श्रवण कीतियां सन। असी फिर भी अज दे इतिहास की लड़ी नूं जोड़न दे लई कुछ को पंछी चार कल के दीवाना दे विच मारांगे तां जो सानू अज दी इस इतिहास की लड़ी नूं समझण दे विच
ਸੋਖ ਮਹਿਸੂਸ ਹੋ ਸਕੇ। ਕੱਲ ਦੇ ਦੀਵਾਨਾਂ ਦੇ ਵਿੱਚ ਅਸੀਂ ਸਰਵਣ ਕੀਤਾ ਸੀ ਕਿ ਭਾਈ ਬਾਲਾ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਚਾਚਾ ਭਾਈ ਲਾਲੂ ਜੀ ਦੇ ਗ੍ਰਹਿ ਵਿਖੇ ਜਾਂਦੇ ਨੇ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਜਨਮ ਪੱਤਰੀ ਲੱਭਣ ਦੇ ਲਈ ਰਾਏਪੁਰ ਦੀ ਤਲਵੰਡੀ ਦੇ ਵਿਖੇ ਪਹੁੰਚਦੇ ਨੇ। ਉੱਥੇ ਜਾ ਕੇ ਜੋ ਭਾਈ ਬਾਲਾ ਜੀ ਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਚਾਚਾ ਜੀ ਭਾਈ ਲਾਲੂ ਜੀ ਦੇ ਵਿਚਕਾਰ ਜੋ ਵਿਚਾਰ ਹੁੰਦੀ ਹੈ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਗੁਰਤਾ ਗੱਦੀ ਦਾ ਉੱਤਰਾਧਿਕਾਰੀ ਕੌਣ ਹੈ, ਇਹ ਸਵਾਲ ਭਾਈ ਲਾਲੂ ਜੀ ਨੇ ਭਾਈ ਬਾਲਾ ਜੀ ਨੂੰ ਕੀਤਾ ਕਿ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਗੁਰਤਾ ਗੱਦੀ ਦੇ ਉੱਤੇ ਉਹਨਾਂ ਦੇ ਸਪੁੱਤਰ ਬਾਬਾ ਸ਼੍ਰੀ ਚੰਦ ਜੀ ਵਿਰਾਜਮਾਨ ਨੇ ਜਾਂ ਕੋਈ ਹੋਰ ਉਸ ਗੁਰਤਾ ਗੱਦੀ ਦੇ ਉੱਤੇ ਵਿਰਾਜਮਾਨ ਹੈ। ਅਸੀਂ ਕੱਲ ਵੀ ਵਿਚਾਰ ਸਰਵਣ ਕੀਤੇ ਸਨ ਕਿ ਦੁਨਿਆਵੀ ਤੌਰ ਦੇ ਉੱਤੇ ਜੇਕਰ ਕੋਈ ਰਾਜਾ ਤਖਤ ਤੇ ਬੈਠਾ ਹੈ, ਕੋਈ ਸਮੇਂ ਦਾ ਬਾਦਸ਼ਾਹ ਹੈ, ਤਾਂ ਸੁਭਾਵਿਕ ਹੀ ਅਸੀਂ ਸਮਝਦੇ ਹਾਂ ਕਿ ਉਸ ਰਾਜੇ ਦੇ ਅਕਾਲ ਚਲਾਣੇ ਤੋਂ ਬਾਅਦ ਉਸ ਦਾ ਪੁੱਤਰ ਉਸ ਦੀ ਗੁਰਤਾ ਗੱਦੀ ਦੇ ਉੱਤੇ ਬੈਠੇਗਾ। ਮਾਫੀ ਚਾਹੁੰਦਾ, ਭਾਵ ਉਸ ਦਾ ਪੁੱਤਰ ਉਸ ਤਖਤ ਦੇ ਉੱਤੇ ਬੈਠੇਗਾ। ਪਰ ਗੁਰੂ ਨਾਨਕ ਸਾਹਿਬ ਜੀ ਦਾ ਦਰ ਇਹ ਆਪਣੀ ਸੰਤਾਨ ਦੀ ਬਜਾਏ ਦੁਨਿਆਵੀ ਤੌਰ ਦੇ ਉੱਤੇ ਜਿਹੜੇ ਸੇਵਕ ਨੇ, ਇਹ ਗੁਰਤਾ ਗੱਦੀ ਗੁਣਾ ਦੇ ਆਧਾਰ ਦੇ ਉੱਤੇ ਬਖਸ਼ਿਸ਼ ਕੀਤੀ ਜਾਂਦੀ ਹੈ, ਨਾ ਕਿ ਕਿਸੇ ਨਿੱਜੀ ਸੰਤਾਨ ਨੂੰ। ਗੁਰੂ ਘਰ ਦੇ ਵਿੱਚ ਗੁਰਤਾ ਗੱਦੀ ਕੋਈ ਨਿੱਜੀ ਜਾਇਦਾਦ ਨਹੀਂ ਸੀ ਜਾਂ ਕੋਈ ਨਿੱਜੀ ਤਖਤ ਨਹੀਂ ਸੀ। ਇਹ ਤਖਤ ਉਸ ਅਕਾਲ ਪੁਰਖ ਮਹਾਰਾਜ ਦੇ ਭੇਜੇ ਹੋਏ ਰਹਿਬਰਾਂ ਦਾ, ਉਸ ਅਕਾਲ ਪੁਰਖ ਦਾ ਇਸ ਸਰੀਰਕ ਰੂਪ ਦੇ ਵਿੱਚ ਇਸ ਧਰਤੀ ਦੇ ਉੱਤੇ ਅਵਤਾਰ ਧਾਰਨ ਤੋਂ ਬਾਅਦ ਇਹ ਤਖਤ ਉਸ ਪ੍ਰਭੂ ਪਰਮਾਤਮਾ ਦਾ ਆਪ ਸੀ। ਉਸ ਪ੍ਰਭੂ ਪਰਮਾਤਮਾ ਦੀ ਵਿਚਾਰਧਾਰਾ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਾਂ ਬਾਕੀ ਦੇ 9 ਗੁਰੂ ਸਾਹਿਬਾਨਾਂ ਦੇ ਰਾਹੀਂ ਸਾਨੂੰ ਪੜ੍ਹਨ ਨੂੰ, ਸਾਨੂੰ ਸੁਣਨ ਨੂੰ ਮਿਲ ਜਾਂਦੀ ਹੈ। ਤਾਂ ਭਾਈ ਬਾਲਾ ਜੀ ਨੇ ਉਹਨਾਂ ਨੂੰ ਜਵਾਬ ਦਿੱਤਾ ਸੀ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਗੁਰਤਾ ਗੱਦੀ ਦਾ ਜਿਹੜਾ ਉੱਤਰਾਧਿਕਾਰੀ ਹੈ, ਜਿਹੜਾ ਅਗਲਾ ਵਾਰਸ ਹੈ, ਸਾਡਾ ਦੂਸਰਾ ਗੁਰੂ ਹੈ, ਉਹ ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਨੇ। ਹਾਂ, ਸਮਾਜ ਦੇ ਵਿੱਚ ਆਉਣ ਵਾਲੀ ਦੁਨੀਆ ਦੇ ਵਿੱਚ ਬਾਬਾ ਸ਼੍ਰੀ ਚੰਦ ਜੀ ਨੂੰ ਵੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪੁੱਤਰ ਵਜੋਂ ਸਨਮਾਨਿਤ ਕੀਤਾ ਜਾਵੇਗਾ, ਉਹਨਾਂ ਦਾ ਮਾਣ ਸਨਮਾਨ ਰੱਖਿਆ ਜਾਵੇਗਾ, ਉਹਨਾਂ ਨੂੰ ਯਾਦ ਕੀਤਾ ਜਾਵੇਗਾ। ਕੱਲ ਦੇ ਦੀਵਾਨਾਂ ਦੇ ਵਿੱਚ ਅਸੀਂ ਬਾਬਾ ਸ਼੍ਰੀ ਚੰਦ ਜੀ ਦੇ ਜੀਵਨ ਬਾਬਤ ਵੀ ਕੁਝ ਇਤਿਹਾਸ ਆਪ ਜੀ ਦੇ ਨਾਲ ਜਾਣਕਾਰੀ ਸਾਂਝੀ ਕੀਤੀ ਸੀ। ਆਓ ਅਗਲੇਰੇ ਜੋ ਵਿਚਾਰ ਹੈ ਅੱਜ ਦੇ ਦੀਵਾਨਾਂ ਦੇ ਵਿੱਚ, ਅੱਜ ਦੇ ਇਤਿਹਾਸ ਦੇ ਵਿੱਚ, ਕੱਲ ਤੱਕ ਅਸੀਂ ਸਰਵਣ ਕੀਤਾ ਸੀ ਕਿ ਜਨਮ ਪੱਤਰੀ ਲੱਭਣ ਦੇ ਵਿੱਚ ਭਾਈ ਲਾਲੂ ਜੀ ਆਪ ਵੀ ਭਾਈ ਬਾਲਾ ਜੀ ਦੀ ਮਦਦ ਕਰਦੇ ਨੇ, ਕਿ ਉਹਨਾਂ ਨੂੰ ਬੇਨਤੀ ਵੀ ਕਰਦੇ ਨੇ ਕਿ ਅਸੀਂ ਜਿਹੜੇ ਘਰ ਦੇ ਜ਼ਰੂਰੀ ਕਾਗਜ਼ਾਤ ਨੇ ਨਾ, ਇੱਕ ਥਾਂ ਦੇ ਉੱਤੇ ਇਕੱਠੇ ਕੀਤੇ ਹੋਏ ਨੇ, ਹੋ ਸਕਦਾ ਜਿਸ ਜਨਮ ਪੱਤਰੀ ਦੀ ਗੱਲ ਤੁਸੀਂ ਕਰਦੇ ਹੋ ਤੁਹਾਨੂੰ ਉਹਨਾਂ ਕਾਗਜ਼ਾਂ ਦੇ ਵਿੱਚ ਤੁਹਾਨੂੰ ਮਿਲ ਜਾਵੇਗੀ। ਅਗਲੇਰੇ ਜੋ ਅੱਜ ਦੇ ਇਤਿਹਾਸ ਦੇ ਵਿੱਚ, ਅੱਜ ਦੀ ਲੜੀ ਦੇ ਵਿੱਚ, ਜਿਸ ਨੂੰ ਕਵੀ ਸੰਤੋਖ ਸਿੰਘ ਜੀ ਚੂੜਾਮਣੀ ਨੇ ਆਪਣੀ ਕਲਮ ਦੇ ਰਾਹੀਂ ਕਲਮਬੰਦ ਕੀਤਾ ਹੈ, ਉਹ ਵਿਚਾਰਾ ਆਰੰਭ ਕਰਨ ਤੋਂ ਪਹਿਲਾਂ ਆਓ ਸਾਰੇ ਰਲ ਮਿਲ ਕੇ ਆਪਣੀ ਰਸਨਾ ਤੋਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਵਾਉਂਦੇ ਹਾਂ। ਉਚਾਰਨ ਕਰੀਏ ਜੀ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਦੋਹਰਾ ਕਹਿ ਬਾਲਾ ਲਾਲੂ ਸੁਨੋ ਤੂੰ ਕਾਲੂ ਕੋ ਪ੍ਰਾਤ, ਜਨਨ ਜਨਕ ਨਾਨਕ ਨਹਿਨ ਤੁਮ ਤੇ ਅਵੇ ਅਗਾਤ। ਹੁਣ ਇੱਥੇ ਭਾਈ ਬਾਲਾ ਜੀ ਭਾਈ ਲਾਲੂ ਜੀ ਨੂੰ ਆਖਦੇ ਨੇ ਕਿ ਭਾਈ ਲਾਲੂ ਜੀ, ਤੁਸੀਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪਿਤਾ ਜੀ ਭਾਵ ਮਹਿਤਾ ਕਲਿਆਣ ਦਾਸ ਜੀ, ਕਾਲੂ ਦਾਸ ਜੀ ਦੇ ਭਰਾ ਹੋ, ਭਾਵ ਉਹਨਾਂ ਦੇ ਭਰਾ ਹੋ, ਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਮਾਤਾ ਜੀ ਜਨਨ ਭਾਵ ਜਨਮ ਦੇਣ ਵਾਲੀ ਜਨਨੀ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਮਾਤਾ ਜੀ ਜਨਕ ਭਾਵ ਪਿਤਾ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਜਨਮ ਦੇਣ ਵਾਲੇ ਮਾਤਾ ਪਿਤਾ ਇਸ ਸੰਸਾਰ ਦੇ ਵਿੱਚ ਨਹੀਂ ਹਨ। ਤੁਮ ਤੇ ਅਵੇ ਆਗਾਤ, ਹੁਣ ਉਹਨਾਂ ਦੇ ਘਰ ਦਾ ਜਿਹੜਾ ਸਾਰਾ ਕੰਮ ਕਾਜ ਹੈ ਉਹ ਤੁਸੀਂ ਹੀ ਦੇਖਦੇ ਹੋ, ਤੁਹਾਡੀ ਦੇਖ ਰੇਖ ਦੇ ਹੇਠ ਵਿੱਚ ਹੀ ਸਾਰਾ ਕਾਰਜ ਚੱਲ ਰਿਹਾ। ਇਸ ਲਈ ਹੁਣ ਇਹ ਜਨਮ ਪੱਤਰੀ ਜਿਹੜੀ ਹੈ ਉਹ ਤੁਹਾਡੇ ਪਾਸ ਹੀ ਸਾਨੂੰ ਪ੍ਰਾਪਤ ਹੋਵੇਗੀ।
क्योंकि गुरु नानक साहब जी महाराज जी के माता पिता तो इस संसार दे विच नहीं रहे, ते बाकी घर दे विचों सारे नालों तुसीं वड्डे हो। ये गुरु नानक साहब जी महाराज जी के जन्म के नाल संबंधित जिहड़ी जन्म पत्री है वो सानूं तुहाडे कोलों ही प्राप्त होवेगी। चौपाई तुम बिन कौन करे हम कम, अब पतरी उठ खोजो धाम। फिर भाई बाला जी भाई लालू जी दे अगे बेनती करते ने कि हे भाई लालू जी, तुम बिन कौन करे हम काम, कि तुहाडे तो बिना साडा ये कारज कौन सिरे चाड़ेगा, साडा ये कारज तुहाडे बिना अधूरा है। भव पतरी उठ खोजो धामा। इसलिए छेती देना उठ के इस जन्म पत्री की भाल करो। बाले के सुन गिरा रसालू। ते जदों भाई लालू जी ने ना भाई बाला जी की रसना तो यह बचन सरवण किए कि मेरे तो बिना यह कारज अधूरा है, मेरे तो बिना इन्हों जन्म पत्री लभ नहीं सकती। बाले की सुन गिरा रसालू, कागर ग्रहे खोजत भा लालू। जदों सारी विचार सरवण की, फिर जेड़े जरूरी कागजात सन जेड़े भाई लालू जी ने आके सन भी एक थां दे उत्ते इकट्ठे किए हुए ने, कागर ग्रहे भाव सारे कागजात घर दे विच खोजत पा लालू। भाई लालू जी फिर आप वो सारे कागजात देखन लग पे कि क्यों ना मैं भी इन्हां दी मदद करा, ये जन्म पत्री खोजण दे विच इन्हां दी सहायता करा। खोजत खोजत पत्री जब ही, दिवस पंजवें पाई तब ही। कि पत्री नूं रोजाना खोजदे ने, पत्री नूं लभदियां उन्हां नूं 5 दिन का समा लग गया। दिवस पंजवें पाई तब ही, भाव 5वें दिन उन्होंने जन्म पत्री मिली, जिस पत्री की भाल दे लई, जिस पत्री की प्राप्ति दे लई खडूर साहब की धरती के उत्तों भाई बाला जी गुरु अंगद साहब जी महाराज जी के कहण दे उत्ते रायभोज की तलवंडी दे विखे पहुंचते हैं। दीनी लालू ने कर बाला, ताहे दई कर पन्नू लाला। ते जदों जन्म पत्री ना मिल गई तो भाई लालू जी ने वो जन्म पत्री भाई बाला जी के हथ दे विच सौंप दी कि लो भाई बाला जी, जिस कारज के लिए तुसीं आए सी, जिसनूं तुसीं आखदे सी कि तुहाडे लई बहुत परोपकार वाला कारज है, जन्म पत्री लभण दे विच साडी मदद करो, साडी सहायता करो। वो जन्म पत्री सानूं मिल गई है। आ जन्म पत्री तुसीं अपने हत्थां दे विच सांभो। तो भाई लालू जी ने वो जन्म पत्री भाई बाला जी नूं फड़ांदिया ताहे दई कर पन्नू लाला। ते जदों भाई बाला जी ने वो जन्म पत्री प्राप्त की, ते नाल दा जिहड़ा गुरु अंगद साहब जी महाराज जी का भेजा होया सिख सी लाला पन्नू, गुरु अंगद साहब जी महाराज जी के कहण दे उत्ते भाई बाला जी दे नाल लाला पन्नू नां दा सिख खडूर साहब की धरती तो चल के भाई बाला जी के नाल रायभोज की तलवंडी विखे पहुंचता है। उस नूं भाई बाला जी ने जन्म पत्री फड़ा दी कि लो लाला पन्नू जी, ये तुसीं सामभणी करो, तुसीं अपने कब्जे को अपने कोल इस नूं रखो। चौपाई ले पन्नू पुन बचनो चादे, बाले चलिए संग हमारे। हे रहे गुर और अर्थ अपारा, परम प्रसिद्धे पर उपकारा। जदों भाई बाला जी ने लाला पन्नू जी नूं ਉਹ जन्म पत्री फड़ाई, पन्नू जी ने जदों लाला पन्नू जी ने पत्री सांभी, पत्री संभाल के भाई बाला जी नूं बचन उचारे, बाले चलिए संग हमारे। कि भाई बाला जी तुसीं हुण इस रायभोज की तलवंडी विखे ना रुक जाए, क्योंकि असीं पिछले इतिहास दे विच सरवण कर चुके हाँ कि भाई बाला जी का जिहड़ा जन्म नगर है, जिथे भाई बाला जी रहिंदे ने, वो रायभोज की तलवंडी है। रायभोज की तलवंडी तो ही जन्म पत्री प्राप्त करने के लिए तुरे सन। ते लाला पन्नू जी भाई बाला जी नूं बेनती करदे ने कि तुसीं साडी इन्नी सहायता कीती, मदद कीती जन्म पत्री लभण दे विच, भाई लालू जी का घर लभण दे विच भी साडी मदद कीती है। ये सारा कारज तुसीं आप नेपरे चाढ़िया है। हुण साडे नाल गुरु अंगद साहब जी महाराज जी की शरण दे विच चलो, तुसीं हुण इत्थे नगर दे विच ही ना रुक जाओ। हे रहे गुर उर हरखा पारा, परम प्रसिद्धे पर उपकारा। विशाल हिरदे वाले पर उपकार गुरु जी धन गुरु अंगद साहब जी महाराज तुहाडे उत्ते बहुत खुश होणगे।
क्योंकि उन्हां दी भी इच्छा सी, गुरु अंगद साहिब जी महाराज जी की भी इच्छा सी कि धन गुरु नानक साहिब जी महाराज जी के जीवन बाबत समझिया जाए। कोई प्यारा सिख गुरु नानक साहिब जी महाराज जी के जीवन के इतिहास बारे मैनूं चानना पावे। तो जदों उन्हां दे कोले जन्म पत्री जाएगी तो वो सारा कुछ ये वरतांत देख के जो वो बहुत खुश होणगे, तुहाडे ते बहुत प्रसन्न होणगे। सुन श्रोनन मन में अनमानी, बानी पनत सुखन ममसानी। जदों लाला बन्नू जी ने भाई बाला जी नूं बेनती की ना भी तुसीं साडे नाल ही दुबारा तो चलो, भी तुहाडे उत्ते पर उपकार वाले गुरु तुहाडे तो बहुत प्रसन्न होणगे, तुहाडे ते खुश होणगे, तुहानूं बख्शिशां देणगे। तां जदों सारी विचार भाई बाला जी ने अपने कन्नां दे नाल सुनी ना, भाई बाला जी ने भी अनुमान लगा लिया कि मैनूं उस थां दे उत्ते जाना चाहिदा है। बानी पणत सुखन ममसानी, कि मैनूं सुख देण वाले बचन कहे ने, मेरे लिए ये बचन सुखां वाले ने। जिहड़े लाला पन्नू जी ने बचन आखे ना भी तुसीं साडे नाल चलो, तुहाडे उत्ते बख्शिशां होणगीਆਂ, तुहानूं सुखां दीयां दातां प्राप्त होणगीਆਂ। तां भाई बाला जी ये बचन सुन के अपने मन दे विच ही अनुमान लगाई बैठे ने भी सचमुच मेरे उत्ते गुरु बहुत खुश होवेगा, गुरु मेरे उत्ते कृपा करेगा, गुरु मैनूं बख्शिशां प्राप्त करेगा। गबने जुगल संग मंग माही, बाला पुन पन्नू दिस ताही। फिर दोवें ही भाई बाला जी ते भाई लाला पन्नू जी दोवें आपस दे विच जिस तरह खडूर साहब की धरती तो जन्म पत्री लैण दे लई राए भोज की तलवंडी पहुंचते हैं, इसे तरह जन्म पत्री प्राप्त करके राए भोज की तलवंडी तो वापस खडूर साहब की धरती के उत्ते गुरु अंगद साहिब जी महाराज जी की शरण दे विच जाण दे लई दोनों सिख प्यारे जिहड़े ने वो तैयार हो जाते हैं ते उस स्थान तो चाले पा दिंदे ने। दोहरा लालू चलत्यो मिलत बै पैसे पंज नवेद, अपनी दिसते भेट दी बोलियो मुखते फेर। जदों उत्थे चलण लगे ना राए भोज की तलवंडी तो जाण लई तैयार हो गए, तां जिहड़े गुरु नानक साहिब जी महाराज जी के चाचा जी ने मेहता कल्याण दास जी के भरा ने भाई लालू जी, तां उन्होंने भाई बाला जी ते लाला पुन्नू जी के हथ 5 पैसे ते एक नारियल दिता कि जाके गुरु अंगद साहिब जी महाराज जी नूं मेरे वालों भेटा के तौर के उत्ते अर्पण कर देना। अपनी दिस ते भेट दी बोलियो मुख ते फेर, ते मुंह दे विचों अपने मुख दे विचों वचन उचारे कि मेरे वालों ये भेटा के तौर के उत्ते 5 पैसे ते एक नारियल गुरु अंगद साहिब जी महाराज जी के चरणों के विच भेंट कर देना। चौपई हमरी दिस ते देहो संदेशा, श्री अंगद जिस दोष न लेसा। ते मेरे वालों गुरु अंगद साहिब जी महाराज जी नूं एक संदेश देना, जेड़े दोष तो रहत ने, श्री अंगद जिस दोष ना लेसा, ते दोष तो रहत ने ते निर्लेप ने, उन्हां दे उत्ते माया प्रभाव नहीं पा सकती। उन्हां नूं मेरे वालों एक संदेश देना, श्री चंद जे रिस को थरै, शिमा तरत जो तह पर करे। असी कल दे दीवाना दे विच भी बाबा श्री चंद जी दे बाबत विचार सरवण कीते सन कि बाबा श्री चंद दे विचकार ते गुरु नानक साहिब जी महाराज जी दे विचकार गुरता गद्दी दे समय कुछ के इतिहासकार लिखते हैं कि कुछ क मतभेद सन, पर बाद का जिहड़ा सी इतिहास सरवण कीता उस तो असी भली भांत ही जानते हाँ कि किस तरह गुरु हरगोबिंद साहिब जी महाराज तक बाबा श्री चंद जी महाराज जी का आपस दे विच गुरु घर दे नाल कितना प्रेम प्यार रहा। इतिहासकार ये भी खोज करके लिखते हैं कि बाबा श्री चंद जी ने धन गुरु नानक साहिब जी महाराज जी की बाणी का ही प्रचार किया सी। जिस तरह गुरु नानक साहिब जी महाराज जी ने प्रचार फेरियां आरंभ कीतियां सन, इसे तरह बाबा श्री चंद जी भी उन्होंने गुरु नानक साहिब जी महाराज जी की बाणी का ही प्रचार करते सन। ते होर जदों बाबा श्री चंद जी महाराज जी ने इस संसार तो अलविदा किया, पाक सचखंड दे विच जा विराजे, तां उस समय गुरु हरगोबिंद साहिब जी महाराज जी ने अपने कलमां दे नाल अपने कर्म हत्थां दे नाल वो चिखा तैयार की सी, जिस उत्ते बाबा श्री चंद जी महाराज जी का संस्कार किया गया सी।
ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਅੰਤਮ ਅਰਦਾਸ ਬੇਨਤੀ ਕੀਤੀ ਸੀ। ਅਸੀਂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੇ ਬਾਬਤ ਵੀ ਇਤਿਹਾਸ ਪੜ੍ਹਦੇ ਹਾਂ ਕਿ ਕਿਸ ਤਰ੍ਹਾਂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਆਪ ਨੂੰ ਬਾਬਾ ਸ਼੍ਰੀ ਚੰਦ ਜੀ ਦੇ ਮੂਹਰੇ ਆਪਣੇ ਆਪ ਨੂੰ ਨਿਵਾ ਦਿੱਤਾ ਸੀ। ਭਾਵ ਉਹਨਾਂ ਦੇ ਅੱਗੇ ਝੁਕ ਗਏ ਸਨ ਕਿ ਉਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਵੱਡੇ ਸਪੁੱਤਰ ਸਨ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਸਪੁੱਤਰ ਬਾਬਾ ਗੁਰਦਿੱਤਾ ਜੀ ਹੀ ਬਾਬਾ ਸ਼੍ਰੀ ਚੰਦ ਜੀ ਤੋਂ ਬਾਅਦ ਉਹਨਾਂ ਦੇ ਜਿਹੜੀ ਪਰੰਪਰਾ ਚੱਲੀ ਸੀ, ਉਦਾਸੀ ਮਤ ਦੀ ਜਿਹੜੀ ਉਹਨਾਂ ਨੇ ਆਰੰਭਤਾ ਕੀਤੀ ਸੀ, ਬਾਬਾ ਗੁਰਦਿੱਤਾ ਜੀ ਹੀ ਉਸ ਦੇ ਵਾਰਿਸ ਬਣੇ ਸਨ। ਇਸੇ ਤਰ੍ਹਾਂ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਅਤੇ ਗੁਰੂ ਨਾਨਕ ਸਾਹਿਬ ਜੀ ਦੇ ਦਰ ਦੇ ਵਿੱਚ, ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਵਿੱਚ 6ਵੇਂ ਪਾਤਸ਼ਾਹ ਤੱਕ ਇਹ ਸਾਰੇ ਗੁਰੂ ਸਾਹਿਬਾਨਾਂ ਦਾ ਤੇ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਦੇ ਵਿਚਕਾਰ ਆਪਸ ਦੇ ਵਿੱਚ ਬਹੁਤ ਪ੍ਰੇਮ ਪਿਆਰ ਸੀ ਤੇ ਆਪ ਹੀ ਪ੍ਰਚਾਰ ਫੇਰੀਆਂ ਦੇ ਵਿੱਚ ਵੀ ਸਾਥ ਦਿੰਦੇ ਸਨ। ਤੇ ਇੱਥੇ ਭਾਈ ਲਾਲੂ ਜੀ ਉਹਨਾਂ ਨੂੰ ਸਮਝਾਉਣਾ ਕਰਦੇ ਨੇ ਕਿ ਭਾਈ ਬਾਲਾ ਜੀ, ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਨੂੰ ਮੇਰਾ ਸੰਦੇਸ਼ ਦੇਣਾ, ਸ਼੍ਰੀ ਚੰਦ ਜੀ ਰਿਸਕੋਤਰ ਹੈ ਕਿ ਜੇਕਰ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦੇ ਵੱਲੋਂ ਤੁਹਾਨੂੰ ਕੋਈ ਗੁੱਸੇ ਵਾਲੀ ਕੋਈ ਗੱਲ ਕਹੀ ਜਾਵੇ, ਕੋਈ ਬੋਲ ਆਖੇ ਜਾਣ, ਸ਼ਿਵ ਧਰਤ ਜਿਉ ਤਹਿ ਪ੍ਰਕਰ ਹੈ ਕਿ ਜਿਸ ਤਰ੍ਹਾਂ ਤੁਸੀਂ ਮੰਨ ਲਓ ਇੱਕ ਸੂਰਜ ਇਸ ਸੰਸਾਰ ਦੇ ਉੱਤੇ ਜਦੋਂ ਚੜ੍ਹਦਾ ਹੈ ਤਾਂ ਪੂਰੀ ਧਰਤੀ ਦੇ ਉੱਤੇ ਇੱਕ ਪਾਸੇ ਦੇ ਉੱਤੇ ਰੋਸ਼ਨੀ ਹੋ ਜਾਂਦੀ। ਇਸੇ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਆਪਣੀ ਗਿਆਨ ਦੇ ਨਾਲ ਖਡੂਰ ਸਾਹਿਬ ਦੀ ਧਰਤੀ ਦੇ ਉੱਤੇ, ਇਸ ਧਰਤੀ ਦੇ ਉੱਤੇ ਗਿਆਨ ਦੇ ਨਾਲ ਅਗਿਆਨਤਾ ਦੇ ਹਨੇਰੇ ਦੇ ਵਿੱਚੋਂ ਕੱਢ ਕੇ ਗਿਆਨ ਦੇ ਚਾਨਣ ਦੇ ਨਾਲ ਸਾਰਿਆਂ ਨੂੰ ਚਾਨਣ ਮੁਨਾਰਾ ਬਣਦੇ ਹੋ, ਸਾਰਿਆਂ ਨੂੰ ਰੋਸ਼ਨ ਕਰਦੇ ਹੋ, ਇਸੇ ਤਰ੍ਹਾਂ ਉਹਨਾਂ ਨੂੰ ਮਾਫ ਕਰਦੇ ਆ ਤੇ ਉਹਨਾਂ ਨੂੰ क्षमा ਕਰਦੇ ਆ। ਜੇਕਰ ਤੁਹਾਡੇ ਪ੍ਰਤੀ ਉਹ ਕੁਝ ਗੁੱਸੇ ਦੇ ਨਾਲ ਕੋਈ ਵੀ ਬੋਲ ਬੋਲਣ ਤੇ ਤੁਹਾਡੇ, ਮੈਨੂੰ ਪਤਾ ਹੈ ਕਿਉਂਕਿ ਭਾਈ ਲਾਲੂ ਜੀ ਨੇ ਵੀ ਨਾ ਭਾਈ ਬਾਲਾ ਜੀ ਤੋਂ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਦੀ ਸਿਫਤ ਸਲਾਹ ਸੁਣੀ ਸੀ ਕਿ ਉਹ ਜਿਸ ਤਰ੍ਹਾਂ ਦੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪ ਸਨ ਉਸੇ ਤਰ੍ਹਾਂ ਦੇ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਹਨ। ਮੰਨ ਲਓ ਸਰੀਰ ਬਦਲਿਆ ਪਰ ਵਿਚਾਰਧਾਰਾ ਤੇ ਜੋਤ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤੇ ਗੁਰੂ ਅੰਗਦ ਸਾਹਿਬ ਜੀ ਦੀ ਵਿਚਾਰਧਾਰਾ ਇੱਕ ਹੀ ਹੈ। ਜਿਸ ਤਰ੍ਹਾਂ ਦਾ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਸੁਭਾਅ ਸੀ ਉਹੀ ਸੁਭਾਅ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਦਾ। ਇਸੇ ਕਰਕੇ ਭਾਈ ਲਾਲੂ ਜੀ ਬੇਨਤੀ ਕਰਦੇ ਨੇ ਕਿ ਉਹਨਾਂ ਦੇ ਅੱਗੇ ਜਾ ਕੇ ਮੇਰਾ ਇੱਕ ਸੰਦੇਸ਼ ਦੇਣਾ, ਮੇਰੀ ਇੱਕ ਬੇਨਤੀ ਕਰਨਾ ਉਹਨਾਂ ਅੱਗੇ ਵੀ ਜੇਕਰ ਬਾਬਾ ਸ਼੍ਰੀ ਚੰਦ ਜੀ ਵੱਲੋਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਤੁਹਾਨੂੰ ਦੁੱਖ ਤਕਲੀਫ ਪਹੁੰਚੇ, ਤੁਹਾਨੂੰ ਠੇਸ ਪਹੁੰਚੇ ਤਾਂ ਉਹਨਾਂ ਨੂੰ ਮਾਫ ਕਰ ਦੇਣਾ ਕਿਉਂਕਿ ਤੁਸੀਂ ਬਖਸ਼ਣਹਾਰ ਹੋ। ਬਾਲੇ ਬੋਹਰੋ ਬਚਨੋ ਤਾਰਾ ਸ਼੍ਰੀ ਅੰਗਦ ਨਾਨਕ ਅਵਤਾਰਾ। ਫਿਰ ਭਾਈ ਬਾਲਾ ਜੀ ਨੇ ਦੁਬਾਰਾ ਤੋਂ ਫਿਰ ਬਚਨ ਆਖੇ ਕਿ ਭਾਈ ਲਾਲੂ ਜੀ, ਗੁਰੂ ਅੰਗਦ ਸਾਹਿਬ ਜੀ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਇਹ ਅਵਤਾਰ ਨੇ, ਇਹਨਾਂ ਦੇ ਵਿੱਚ ਕੋਈ ਭੇਦ ਨਹੀਂ, ਵਿਚਾਰਧਾਰਾ ਇੱਕ ਹੀ ਹੈ। ਜਿਸ ਨਿਰਮਲ ਪੰਥ ਦੀ ਸ਼ੁਰੂਆਤ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਕੀਤੀ, ਜਿਸ ਵਿਚਾਰਧਾਰਾ ਦੀ ਆਰੰਭਤਾ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਕੀਤੀ, ਉਹੀ ਵਿਚਾਰਧਾਰਾ ਦੇ ਪਰਥਾਏ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਪ੍ਰਚਾਰ ਪ੍ਰਸਾਰ ਕਰਦੇ ਨੇ। ਪੰਜ ਦੋਖ ਨੇ ਤਿਨ ਮਹਿ ਪਾਵੇ, ਨਿਕਟ ਤਰਨ ਜਿਉ ਤਿਮਰ ਨ ਆਵੇ। ਕਿ ਮੰਨ ਲਓ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਇਸੇ ਤਰ੍ਹਾਂ ਵਿਕਾਰਾਂ ਤੋਂ ਪਰੇ ਨੇ, ਉਹਨਾਂ ਦੇ ਉੱਤੇ ਵਿਕਾਰ ਇਸ ਤਰ੍ਹਾਂ ਪ੍ਰਭਾਵ ਨਹੀਂ ਪਾ ਸਕਦੇ ਜਿਸ ਤਰ੍ਹਾਂ ਸੂਰਜ ਦੇ ਅੱਗੇ ਹਨੇਰਾ ਨਹੀਂ ਟਿਕਦਾ। ਇਸੇ ਤਰ੍ਹਾਂ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਨੇ, ਉਹਨਾਂ ਦੇ ਜੀਵਨ ਦੇ ਵਿੱਚ ਵੀ ਕਿਸੇ ਤਰ੍ਹਾਂ ਦਾ ਵਿਕਾਰ ਨਹੀਂ, ਉਹ ਗਿਆਨ ਦਾ ਚਾਨਣ ਮੁਨਾਰਾ ਨੇ। ਸਗੋਂ ਉਹਨਾਂ ਦੇ ਨਾਲ ਛੋ ਕੇ, ਉਹਨਾਂ ਦੀ ਸ਼ਰਨ ਦੇ ਵਿੱਚ ਆ ਕੇ, ਉਹਨਾਂ ਦੀ ਸੰਗਤ ਕਰਨ ਵਾਲੇ ਮਨੁੱਖ, ਸੰਗਤ ਕਰਨ ਵਾਲੇ ਪਿਆਰੇ ਸਿੱਖ ਅਗਿਆਨਤਾ ਦੇ ਹਨੇਰੇ ਚੋਂ ਨਿਕਲ ਜਾਂਦੇ ਨੇ। ਸਮਦਮ ਸੋ ਤਨ ਗਿਆਨ ਸੁਹਾਵੇ, ਆਤਮ ਭਗਤ ਜਗਤ ਵਿਦਤਾਵੇ। ਭਾਵ ਉਹਨਾਂ ਨੇ ਆਪਣੇ ਮਨ ਦੇ ਉੱਤੇ ਵੀ ਕਾਬੂ ਪਾਇਆ ਹੈ, ਉਹਨਾਂ ਨੇ ਆਪਣੇ ਤਨ ਦੇ ਉੱਤੇ ਵੀ ਕਾਬੂ ਪਾਇਆ ਹੈ। ਭਾਵ ਗਿਆਨ ਇੰਦਰੀਆਂ ਤੇ ਕਰਮ ਇੰਦਰੀਆਂ ਉਹਨਾਂ ਦੇ ਕਾਬੂ ਵਿੱਚ ਨੇ। ਪਤਰੀ ਲੈ ਚਲੇ ਤਤਕਾਲਾ, ਜਿਹ ਖਟੂਰ ਮਹਿ ਗੁਰੂ ਕਿਰਪਾਲਾ। ਫਿਰ ਉੱਥੋਂ ਪਤਰੀ ਲੈ ਕੇ ਖਡੂਰ ਸਾਹਿਬ ਦੀ ਧਰਤੀ ਵੱਲ ਨੂੰ ਚਾਲੇ ਪਾ ਦਿੰਦੇ ਨੇ, ਜਿਸ ਅਸਥਾਨ ਦੇ ਉੱਤੇ ਕਿਰਪਾਲੂ ਗੁਰੂ ਭਾਵ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਤਖਤ ਦੇ ਉੱਤੇ ਵਿਰਾਜਮਾਨ ਨੇ। ਦੋਹਰਾ ਵੈਸੇ ਅੰਗਦ ਰਾਜ ਹੀ, ਬੰਦੇ ਪਦ ਅਰਵਿੰਦ, ਹਿਰਦੇ ਪ੍ਰਸਿੱਧ ਸਤਿਗੁਰੂ, ਕਹਿ ਰਹਿ ਚਿੱਤ ਗੋਬਿੰਦ। ਗੁਰੂ ਅੰਗਦ ਸਾਹਿਬ ਜੀ ਮਹਾਰਾਜ ਆਪਣੇ ਆਸਣ ਦੇ ਉੱਤੇ ਵਿਰਾਜਮਾਨ ਨੇ, ਦੀਵਾਨ ਸਜੇ ਹੋਏ ਨੇ। ਜਦੋਂ ਭਾਈ ਬਾਲਾ ਜੀ ਪਹੁੰਚਦੇ ਨੇ ਨਾ ਤਾਂ ਦੇਖਦੇ ਨੇ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਤਖਤ ਤੇ ਵਿਰਾਜਮਾਨ ਨੇ, ਸੰਗਤਾਂ ਹਾਜ਼ਰੀ ਭਰ ਰਹੀਆਂ, ਦੀਵਾਨ ਸਜੇ ਹੋਏ ਨੇ।
ਰਿਦੇ ਪ੍ਰਸਿੱਧ ਸਤਿਗੁਰੂ ਕਹਿ ਰਹੇ ਚਿੱਤ ਗੋਬਿੰਦ। ਜਦੋਂ ਉਹਨਾਂ ਨੇ ਆ ਕੇ ਮੱਥਾ ਟੇਕਿਆ, ਨਮਸਕਾਰ ਕੀਤੀ, ਤਾਂ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਦਾ ਜਿਹੜਾ ਹਿਰਦਾ ਸੀ ਬਹੁਤ ਪ੍ਰਸੰਨ ਹੋ ਗਏ ਹਿਰਦੇ ਦੇ ਵਿੱਚ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਜਿਸ ਕਾਰਜ ਦੇ ਲਈ ਮੈਂ ਇਹਨਾਂ ਨੂੰ ਭੇਜਿਆ ਉਹ ਕਾਰਜ ਸੰਪੂਰਨ ਹੋ ਗਿਆ। ਤੇ ਨਾਲ ਹੀ ਉਹਨਾਂ ਨੂੰ ਦਾਤ ਬਖਸ਼ਿਸ਼ ਕੀਤੀ, ਉਹਨਾਂ ਨੂੰ ਵਰਦਾਨ ਦਿੱਤਾ, ਉਹਨਾਂ ਨੂੰ ਬਖਸ਼ਿਸ਼ ਕੀਤੀ ਕਿ ਤੁਹਾਡੇ ਹਿਰਦੇ ਦੇ ਵਿੱਚ, ਤੁਹਾਡੇ ਹਿਰਦੇ ਦੇ ਵਿੱਚ ਰਿਤ ਚਿੱਤ ਗੋਬਿੰਦ, ਤੁਹਾਡੇ ਹਿਰਦੇ ਦੇ ਵਿੱਚ ਹਮੇਸ਼ਾ ਹੀ ਉਹ ਗੋਬਿੰਦ ਵਸਿਆ ਰਵੇ। ਉਹ ਕਾਲ ਪ੍ਰਭੂ ਪ੍ਰਮਾਤਮਾ ਹਮੇਸ਼ਾ ਹੀ ਤੁਹਾਡੇ ਹਿਰਦੇ ਦੇ ਵਿੱਚ ਉਸ ਦਾ ਵਾਸਾ ਰਵੇ। ਚੌਪਈ खुशी बहुत बाले पर कीनी, पुन पतरी अपने कर लीनी, सादर सो निज शीस चढ़ाई, पाओ बहुत कर उर महलाई। गुरु साहब जी ने भाई बाला जी ते लाला पन्नू जी के प्रति बहुत बड़ी प्रीत निभाई, बहुत प्रसन्न हुए कि इन्होंने ये कार्य संपूर्ण किया है। जदों पतरी गुरु अंगद साहब जी महाराज जी ने अपने हत्थां दे विच फड़ी, पुन पतरी अपने कर लीनी, कर दा भाव हुंदा हत्थ, भाव जदों गुरु अंगद साहब जी महाराज जी ने वो जन्म पतरी अपने हत्थां दे विच फड़ी, सादर सो निज शीस चढ़ाई, सादर भाव अदब अते सत्कार दे नाल उन्हां ने अपने मत्थे दे नाल उस जन्म पतरी नूं लाया। भाव पो बहुत कर उर्मै लई, फिर बहुत ही प्रेम ते प्यार दे नाल मत्थे तो लाण तो बाद उन्हां ने अपने कलावे दे नाल लाया। असी इत्थे तक दा इतिहास सरवण कीता कि किस तरह खडूर साहब की धरती तक भाई बाला जी ते लाला पन्नू जी पहुंचते ने, ते किस तरह भाई लालू जी का जिहड़ा संदेश है वो गुरु साहब जी नूं दसदे ने, किस तरह उन्हां नूं भेटां कीतियां होईयां जिहड़ियां वस्तुआं ने वो गुरु साहब जी दे शरण दे विच भेंट करदे ने। अगलैरा जो इतिहास है उसी कल दे दीवाना दे विच सरवण करांगे कि किस तरह इस जन्म पत्री दे विच जो कथा सारता सी, जो गुरु नानक साहब जी महाराज जी दे जीवन बाबत सी, वो असीं रहिंदा इतिहास कल दे दीवाना दे विच सरवण करांगे। इन्हें क बेनतियां प्रवान करनियां जी, विचारा करदियां भुल्लां हो जाणियां सुभाविक ने, गुरु अते गुरु दी संगत बख्शणयोग है। बख्शदे होए फतेह प्रवान करो। आखो जी वाहिगुरू जी का खालसा, वाहिगुरू जी की फतेह।